ਹਾਂਜੀ ਸਟੂਡੈਂਟਸ, ਆਪਣੇ ਇਸ ਸੈਸ਼ਨ ਦੇ ਵਿੱਚ ਅਸੀਂ ਅੱਜ ਪ੍ਰੈਪੋਜੀਸ਼ਨਸ ਆਫ ਮੂਵਮੈਂਟ ਐਂਡ ਡਾਇਰੈਕਸ਼ਨ ਕਰਾਂਗੇ। ਗਤੀ ਔਰ ਦਿਸ਼ਾ ਦੇ ਬਾਰੇ 'ਚ ਜਿਹੜੀਆਂ ਪ੍ਰੈਪੋਜੀਸ਼ਨਸ ਯੂਜ਼ ਹੁੰਦੀਆਂ ਨੇ ਉਹਨਾਂ ਬਾਰੇ ਪੜ੍ਹਾਂਗੇ। ਫਰਸਟ ਪ੍ਰੈਪੋਜੀਸ਼ਨ ਹੈ ਟੂ। ਟੂ ਬੱਚੇ ਉਦੋਂ ਯੂਜ਼ ਹੁੰਦਾ ਜਦੋਂ ਅਸੀਂ ਕਿਸੇ ਨਿਸ਼ਾਨੇ ਜਿੱਥੇ ਅਸੀਂ ਪਹੁੰਚਣਾ ਹੈ ਉਹਦੀ ਗੱਲ ਕਰਦੇ ਹੋਈਏ ਤਾਂ ਟੂ ਦੀ ਯੂਜ਼ ਹੁੰਦੀ ਹੈ। ਫॉर एग्जांपल, he went to the market to buy milk, कि वो मार्केट गया दुध खरीदने वास्ते। रीच्ड द मार्केट मतलब उत्थे उस निशाने ते अपने डेस्टिनेशन ते पहुंच गया। he took me to the station, स्टेशन तक वो मैनू लैके गया। सो इत्थे डेस्टिनेशन दोनों केसिस दे विच सानू पता है, इस करके उत्थे टू लग्या। Towards, it is used to express direction or to indicate closeness to a certain time or event. Towards ਬੇਟੇ ਉਦੋਂ ਯੂਜ਼ ਹੁੰਦਾ ਜਦੋਂ ਡਾਇਰੈਕਸ਼ਨ ਦੀ ਗੱਲ ਕਰਦੇ ਹੋਈਏ, ਦਿਸ਼ਾ ਦੀ ਗੱਲ ਕਰਦੇ ਹੋਈਏ ਤੇ ਨਾਲ ਦੀ ਨਾਲ ਅਸੀਂ ਉਸ ਜਗ੍ਹਾ ਨਿਸ਼ਾਨੇ ਜਾਂ ਇਵੈਂਟ ਦੇ ਕੋਲ ਪਹੁੰਚ ਜਾਈਏ। ਫॉर एग्जांपल, he ran towards the school, ਕਿ ਉਹ ਸਕੂਲ ਵੱਲ ਨੂੰ ਦੌੜਿਆ। ਠੀਕ ਹੈ, ਉਹ ਕਲੋਜ਼ ਹੈ ਆਪਣੇ ਸਕੂਲ ਦੇ ਲੇਕਿਨ ਉਹਦੇ ਵੱਲ ਨੂੰ ਜਾ ਰਿਹਾ ਸੀ। I threw the ball towards him, ਮੈਂ ਉਸਦੇ ਵੱਲ ਨੂੰ ਬਾਲ ਸੁੱਟਿਆ। towards, ਠੀਕ ਹੈ। ਸੋ ਡਾਇਰੈਕਸ਼ਨ ਨੂੰ ਇੰਡੀਕੇਟ ਕਰਦਾ ਹੈ towards, ਐਂਡ ਨਾਲ ਦੀ ਨਾਲ ਇਹ ਵੀ ਇੰਡੀਕੇਟ ਕਰਦਾ ਹੈ ਕਿ ਜਿੱਥੇ ਜਾਣਾ ਹੈ ਉਹ ਜ਼ਿਆਦਾ ਦੂਰ ਨਹੀਂ ਹੈ। ਥਰਡ ਹੈ into, to express a state of motion towards interior of something or inside something, ਕਿਸੇ ਚੀਜ਼ ਦੇ ਅੰਦਰ। he jumped into the pool, he stepped into the classroom, ਉਹ ਕਲਾਸਰੂਮ ਦੇ ਅੰਦਰ ਉਸਨੇ ਆਪਣੇ ਕਦਮ ਰੱਖੇ ਜਾਂ ਦਾਖਲ ਹੋਇਆ। ਨੈਕਸਟ ਹੈ against, to express opposition of some kind, against ਦਾ ਮਤਲਬ ਵਿਰੁੱਧ, ਉਲਟ। close to or touching the or hitting something, a girl was leaning against the wall, ਕਿ ਇੱਕ ਲੜਕੀ ਕੰਧ ਦੇ ਨਾਲ ਸਹਾਰਾ ਲੈ ਕੇ ਖੜੀ ਸੀ, ਟੱਚ ਕਰਦੇ ਹੋਏ ਖੜੀ ਸੀ ਆਪੋਜ਼ਿਟਲੀ। a motor car ran against a rickshaw. Across, to convey movement from one side to the opposite side. Across ਦਾ ਮਤਲਬ ਇੱਕ ਸਿਰੇ ਤੋਂ, ਇੱਕ ਸਾਈਡ ਤੋਂ ਦੂਜੀ ਸਾਈਡ ਵੱਲ ਨੂੰ ਜਾਣਾ। he ran across the road to his guest room, ਉਹ ਸੜਕ ਤੋਂ ਪਾਰ ਆਪਣੇ ਗੈਸਟ ਰੂਮ ਵੱਲ ਨੂੰ ਦੌੜਿਆ। ਮਿਹਰ ਸੈਨ swam across the English Channel, ਮਿਹਰ ਸੈਨ ਨੇ ਇੰਗਲਿਸ਼ ਚੈਨਲ ਨੂੰ ਪਾਰ ਕੀਤਾ। across, ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਾਣਾ, across। along, ਜਦੋਂ ਅਸੀਂ ਕਹਿਣਾ ਹੋਏ ਕਿਸੇ ਚੀਜ਼ ਦੇ ਨਾਲ ਨਾਲ ਚੱਲਣਾ। I walked along the canal for some time, he came along with me on my trekking route, ਕਿ ਮੈਂ ਨਹਿਰ ਦੇ ਨਾਲ ਨਾਲ ਥੋੜੀ ਦੇਰ ਲਈ ਚੱਲਿਆ। by is used to indicate an agent of action or a source or doer of an action or mode of transport also. ਇਹਦਾ ਮਤਲਬ ਬੱਚਿਓ ਇਹ ਹੈ ਕਿ ਬਾਈ ਉੱਥੇ ਯੂਜ਼ ਹੁੰਦਾ ਹੈ ਜਦੋਂ ਅਸੀਂ ਕਿਸੇ ਦੁਆਰਾ ਕੰਮ ਕੀਤਾ ਗਿਆ ਕਹਿਣਾ ਹੋਵੇ ਜਾਂ ਫਿਰ ਟਰਾਂਸਪੋਰਟ ਦਾ ਕੋਈ ਸੋਰਸ ਹੈ, ਮੋਡ ਹੈ, ਉਹਦੇ ਦੁਆਰਾ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਹੇ ਹਾਂ ਤਾਂ ਬਾਈ। ਦ ਕੇਸ ਵਾਜ਼ ਸੋਲਵਡ ਬਾਏ ਦ ਪੁਲਿਸ, ਪੁਲਿਸ ਦੁਆਰਾ ਕੇਸ ਸੋਲਵ ਕਰ ਲਿਆ ਗਿਆ। ਬਾਏ ਦਾ ਮਤਲਬ ਦੁਆਰਾ। A painting, my painting has been awarded the first prize by the jury, ਕਿ ਜਿਊਰੀ ਜਿੰਨਾ ਫੈਸਲਾ ਕਰਨਾ ਸੀ ਉਸਨੇ ਮੇਰੀ ਬਣਾਈ ਪੇਂਟਿੰਗ ਨੂੰ ਫਰਸਟ ਪ੍ਰਾਈਜ਼ ਦਿੱਤਾ। I love to travel by my own car, ਮੈਂ ਆਪਣੀ ਕਾਰ ਦੁਆਰਾ ਟਰੈਵਲ ਕਰਨਾ ਪਸੰਦ ਕਰਦਾ। She came and sat by me, ਨੀਅਰਨੈਸ ਇਹ ਦੱਸਦਾ ਹੈ ਕਿ by me ਮਤਲਬ ਮੇਰੇ ਨਾਲ। ਠੀਕ ਹੈ, ਮੇਰੇ ਦੁਆਰਾ ਨਹੀਂ ਦੱਸ ਰਿਹਾ ਕਿ ਮੇਰੇ ਦੁਆਰਾ ਬੈਠ ਗਈ। ਹੁਣ ਦੇਖੋ ਬੇਟੇ ਇੱਕੋ ਹੀ ਵਰਡ ਹੁੰਦਾ, ਉਸਦਾ ਮਤਲਬ ਕਈ ਵਾਰੀ ਸੈਂਟੈਂਸਿਸ ਦੇ ਵਿੱਚ ਚੇਂਜ ਹੋ ਜਾਂਦਾ, ਇਸ ਕਰਕੇ ਤੁਸੀਂ ਇਹਨਾਂ ਸਾਰੇ ਰੂਲਸ ਨੂੰ ਚੰਗੀ ਤਰ੍ਹਾਂ ਸਮਝਣਾ ਤਾਂ ਕਿ ਜਦੋਂ ਕਿਤੇ ਯੂਜ਼ ਹੋਇਆ ਹੋਵੇ ਤਾਂ ਤੁਸੀਂ ਉਹਦਾ ਮੀਨਿੰਗ ਸਹੀ ਨਿਕਾਲ ਸਕੋ। ਨੈਕਸਟ ਹੈ with, used to indicate an object or instrument of action or nearness or some special features. For example, I mowed the grass with the new mower. with ਦਾ ਮਤਲਬ ਨਾਲ, ਸਿੱਧੀ ਭਾਸ਼ਾ ਦੇ ਵਿੱਚ ਅਸੀਂ ਜੇ ਕਹੀਏ ਨਾਲ, ਕਿ ਮੈਂ ਗ੍ਰਾਸ ਨੂੰ, ਘਾਹ ਨੂੰ ਕੱਟਿਆ ਕਿਹਦੇ ਨਾਲ, ਨਵੀਂ ਮਸ਼ੀਨ ਦੇ ਨਾਲ। I killed the snake with the long stick, ਕਿ ਮੈਂ ਇੱਕ ਲੰਬੀ ਸਟਿਕ ਦੇ ਨਾਲ, ਸੋਟੀ ਨਾਲ ਸੱਪ ਨੂੰ ਮਾਰ ਦਿੱਤਾ। He owns a villa with a large swimming pool, with ਦਾ ਮਤਲਬ ਫਿਰ ਨਿਕਲਿਆ ਨਾਲ। ਅਗਲਾ ਹੈ from, from ਦਾ ਮਤਲਬ ਹੁੰਦਾ ਹੈ ਕਿ ਜਿੱਥੋਂ ਕੋਈ ਚੀਜ਼ ਸ਼ੁਰੂ ਹੋਈ। ਪੰਜਾਬ mails
starts from Firozpur at 9:40 PM। ਜਿਹੜੀ ਇਹ ਟ੍ਰੇਨ ਦਾ ਨਾਮ ਹੈ ਪੰਜਾਬ ਮੇਲ, ਇਹ ਫਿਰੋਜ਼ਪੁਰ ਤੋਂ 9:40 PM ਤੇ ਸਟਾਰਟ ਹੁੰਦੀ ਹੈ। ਫਿਰੋਜ਼ਪੁਰ ਤੋਂ, ਇਸ ਜਗ੍ਹਾ ਤੋਂ, ਫਿਰੋਜ਼ਪੁਰ ਤੋਂ, from ਫਿਰੋਜ਼ਪੁਰ। he comes from a noble family। ਉਹ ਇੱਕ ਬਹੁਤ ਵਧੀਆ ਪਰਿਵਾਰ ਤੋਂ ਹੈ, ਤੋਂ। she is from Dehradun। ਉਹ ਦੇਹਰਾਦੂਨ ਤੋਂ ਹੈ। his health is going from bad to worse। ਉਸਦੀ ਸਿਹਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। he received an appreciation letter from his boss। ਉਸਨੂੰ ਆਪਣੇ boss ਤੋਂ appreciation letter ਪ੍ਰਾਪਤ ਹੋਇਆ। next ਹੈ off। to indicate some separation from a surface। off ਦਾ ਮਤਲਬ ਨਿਖੇੜਤਾ ਦੱਸਣੀ ਹੋਵੇ, separation ਦੱਸਣੀ। the rider fell off his horse। ਕਿ ਇੱਕ ਜਿਹੜਾ ਸਵਾਰ ਸੀ ਉਹ ਆਪਣੇ ਘੋੜੇ ਤੋਂ ਡਿੱਗ ਗਿਆ। off ਦਾ ਮਤਲਬ ਤੋਂ ਪਰੇ ਡਿੱਗ ਗਿਆ। he took off his coat। ਉਸਨੇ ਆਪਣਾ ਕੋਟ ਉਤਾਰ ਦਿੱਤਾ। separation ਹੋ ਗਈ ਨਾ। the salesman rolled off the carpet। never get off a running bus। ਕਿ running bus ਤੋਂ, ਚਲਦੀ ਬੱਸ ਤੋਂ ਨਾ ਉਤਰੋ। ਠੀਕ ਹੈ। ਇਹ ਹੈ OFF off, ਹੁਣ ਹੈ OF off। to express some belongingness or relation or reason or possession। ਇਹ ਸਾਰੀਆਂ ਗੱਲਾਂ off ਨਾਲ ਅਸੀਂ ਦੱਸਦੇ ਹਾਂ। ਕਿਸੇ ਚੀਜ਼ ਦਾ ਦੂਸਰੇ ਵਿਅਕਤੀ ਨਾਲ ਕੋਈ ਸੰਬੰਧ ਦੱਸਣਾ, belongingness ਕਿ ਕੋਈ ਚੀਜ਼ ਕਿਸ ਦੀ ਹੈ ਇਸ ਦੇ ਬਾਰੇ ਦੱਸਣਾ, ਜਾਂ ਫਿਰ ਕਿਸੇ ਦਾ ਰਿਲੇਸ਼ਨ ਦੱਸਣਾ, ਰਿਸ਼ਤਾ ਦੱਸਣਾ, ਜਾਂ ਫਿਰ ਕੋਈ ਕਾਰਨ ਦੱਸਣਾ, ਜਾਂ ਕਿਸੇ ਦੀ ਮਲਕੀਅਤ ਦੱਸਣੀ। ਐਗਜ਼ਾਮਪਲਸ ਲੈਂਦੇ ਹਾਂ ਅਸੀਂ। his house is made of wood। ਉਸਦਾ ਘਰ ਲੱਕੜ ਤੋਂ ਬਣਿਆ ਹੈ, ਲੱਕੜ ਦਾ ਬਣਿਆ ਹੈ। he died of cancer। ਉਸਦੀ ਮੌਤ ਕੈਂਸਰ ਨਾਲ ਹੋਈ। ਫਿਰ ਇੱਥੇ ਮਤਲਬ ਇੱਥੇ ਕੀ ਆ ਗਿਆ, ਲੱਕੜ ਨਾਲ ਬਣਿਆ ਹੈ, ਕੈਂਸਰ ਨਾਲ ਮੌਤ ਹੋਈ। she comes of a nice family। ਉਹ ਇੱਕ ਵਧੀਆ ਪਰਿਵਾਰ ਤੋਂ ਹੈ, ਇੱਥੇ ਤੋਂ ਆ ਗਿਆ। he is a man of character। ਉਹ ਵਧੀਆ ਸ਼ਖਸੀਅਤ ਦਾ ਮਾਲਕ ਹੈ। ਠੀਕ ਹੈ। ਸੋ ਹਰ ਥਾਂ ਤੇ ਇਹਦਾ ਮੀਨਿੰਗ ਇਹ ਨਹੀਂ ਹੈ ਕਿ ਅਸੀਂ ਜੇ ਇਸਨੂੰ ਇੱਥੇ ਕਿਹਾ ਕਿ ਵੁੱਡ ਨਾਲ ਬਣਿਆ ਹੈ, ਤੇ ਹਰ ਥਾਂ ਤੇ ਆਫ ਦਾ ਮਤਲਬ ਨਾਲ ਹੀ ਨਹੀਂ ਹੁੰਦਾ। ਸੈਂਟੈਂਸ ਦੇ ਹਿਸਾਬ ਦੇ ਨਾਲ ਉਹਦਾ ਪੰਜਾਬੀ ਦੇ ਵਿੱਚ ਟਰਾਂਸਲੇਸ਼ਨ ਅਸੀਂ ਕਰੀ। ਇਹ ਜਿਹੜਾ ਆਫ ਹੈ ਇਹ ਕਿਸੇ ਚੀਜ਼ ਦੀ ਬਿਲੋਂਗਿੰਗਨੈਸ, ਕਿਸ ਨਾਲ ਉਹ ਸੰਬੰਧ ਰੱਖਦਾ ਹੈ, ਜਾਂ ਫਿਰ ਉਹਦਾ ਕਾਰਨ ਕਿਸੇ ਚੀਜ਼ ਦਾ ਦੱਸਣਾ ਹੈ, ਜਾਂ ਮਲਕੀਅਤ ਦੱਸਣੀ ਹੈ, ਉਦੋਂ ਆਫ। ਨੈਕਸਟ ਆਊਟ ਆਫ। ਆਊਟ ਆਫ ਦਾ ਮਤਲਬ ਬਾਹਰ ਹੋ ਜਾਣਾ, ਕਿਸੇ ਚੀਜ਼ ਤੋਂ ਬਾਹਰ। she went out of the classroom। the sparrows flew out of the cage। he is out of pocket money these days। ਇਹਦਾ ਮਤਲਬ ਲਾਸਟ ਵਾਲੇ ਦਾ, ਪਹਿਲੇ ਦੋ ਤਾਂ ਕਲੀਅਰ ਹੈ। ਇਹਦਾ ਮਤਲਬ ਇਹ ਹੈ ਕਿ ਉਸ ਦੇ ਕੋਲ ਅੱਜ ਕੱਲ੍ਹ ਪਾਕਟ ਮਨੀ ਖਤਮ ਹੋ ਗਈ ਹੈ। ਅਗਲਾ ਹੈ through। to indicate across the interior of something means via something or past a barrier, stage or exam test। ਠੀਕ ਹੈ। ਇਹਦਾ ਮਤਲਬ ਹੁੰਦਾ ਕਿ ਕਿਸੇ ਚੀਜ਼ ਦੇ ਥਰੂ ਹੋ ਕੇ ਜਾਣਾ। ਥਰੂ ਦਾ ਮਤਲਬ ਕਿਸੇ ਚੀਜ਼ ਦੇ ਵਿੱਚੋਂ ਦੀ ਪਾਸ ਹੋਣਾ, ਥਰੂ ਵਾਇਆ ਹੋ ਕੇ ਜਾਣਾ, ਬੈਰੀਅਰ ਨੂੰ ਕ੍ਰੋਸ ਕਰਨਾ, ਸਟੇਜ ਜਾਂ ਐਗਜ਼ਾਮ ਟੈਸਟ ਨੂੰ ਕ੍ਰੋਸ ਕਰਨਾ। ਫॉर ਐਗਜ਼ਾਮਪਲ ਹੀ ਪਾਸ ਥਰੂ ਦ ਮੇਨ ਐਂਟਰੈਂਸ। ਕਿ ਉਹ ਮੇਨ ਐਂਟਰੈਂਸ ਹੈ ਉਹਦੇ ਵਿੱਚੋਂ ਦੀ ਦਾਖਲ ਹੋਇਆ, ਲੰਘਿਆ। ਇਟ ਵਾਜ਼ ਡਿਫਿਕਲਟ ਟੂ ਸਿਟ ਥਰੂ ਅ ਬੋਰਿੰਗ ਮੂਵੀ। ਕਿ ਬੋਰਿੰਗ ਮੂਵੀ ਦੇ ਵਿੱਚ ਦੌਰਾਨ ਬੈਠੇ ਰਹਿਣਾ ਬੜਾ ਔਖਾ ਹੈ। he has gone through many ups and downs in life। ਉਹ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਉਸਨੇ ਉਤਾਰ ਚੜਾਅ ਦੇਖੇ ਆਪਣੀ ਜ਼ਿੰਦਗੀ ਦੇ ਵਿੱਚ ਦੌਰਾਨ। ਇਹ ਸਾਰੇ ਮੀਨਿੰਗ ਇਹਦੇ ਥਰੂ ਦੇ ਨਿਕਲਦੇ। ਨੈਕਸਟ ਹੈ ਨੀਅਰ। ਨੀਅਰ ਦਾ ਮਤਲਬ ਨੇੜੇ, ਸ਼ਾਰਟ ਡਿਸਟੈਂਸ ਨੂੰ ਜਾਂ ਗੈਪ ਨੂੰ ਦੱਸਣਾ ਹੋਵੇ। ਠੀਕ ਹੈ। ਜਾਂ ਫਿਰ ਸ਼ਾਰਟ ਪੀਰੀਅਡ ਆਫ ਟਾਈਮ ਨੂੰ ਦੱਸਣਾ ਹੋਵੇ। ਫॉर ਐਗਜ਼ਾਮਪਲ Ravi's house is near the temple। many companies make lucrative offers to customers near Diwali। ਸੋ ਇਹ ਇੱਥੇ ਪਹਿਲੇ ਸੈਂਟੈਂਸ ਦੇ ਵਿੱਚ ਦੱਸਿਆ ਕਿ ਰਵੀ ਦਾ ਘਰ ਜਿਹੜਾ ਉਹ ਟੈਂਪਲ ਦੇ ਨੇੜੇ ਹੈ। ਘਰ ਦੀ ਸਥਿਤੀ ਆ ਗਈ ਕਿ ਨੇੜੇ ਹੈ। ਦੂਸਰੇ ਦੇ ਵਿੱਚ ਦੱਸਿਆ ਕਿ ਦੀਵਾਲੀ ਦੇ ਨੇੜੇ। ਟਾਈਮ ਹੈ, ਟਾਈਮ ਪੀਰੀਅਡ, ਨੀਅਰ, ਸ਼ਾਰਟ ਪੀਰੀਅਡ ਆਫ ਟਾਈਮ। ਨੈਕਸਟ ਹੈ upon। this is last। upon to move upwards so as to get on or be on something। upon ਦਾ meaning ਇਹ ਹੈ ਕਿ ਉੱਪਰ ਨੂੰ ਚੜ੍ਹਨਾ, ਕਿਸੇ ਚੀਜ਼ ਦੇ ਉੱਤੇ ਚੜ੍ਹਾਈ ਚੜ੍ਹਨੀ। the cat jumped upon the table। ਕੈਟ ਨੇ, ਠੀਕ ਹੈ, ਉੱਪਰ ਨੂੰ ਚੜ੍ਹਨ ਵਾਸਤੇ ਉਹਨੇ ਜੰਪ ਲਗਾਇਆ। she jumped upon the bed। ਸੋ ਇਸ ਤੋਂ ਅੱਗੇ ਤੁਸੀਂ ਸੋਲਵਡ ਐਕਸਰਸਾਈਜ਼ ਕਰਨੀ ਹੈ। ਜੋ ਕੁਝ ਅਸੀਂ ਪੜ੍ਹਿਆ ਉਹਦੇ ਹਿਸਾਬ ਦੇ ਨਾਲ ਹੁਣ ਦੇਖੀਏ ਇੱਥੇ ਕੀ ਕੀ ਫਿਲ ਹੁੰਦਾ। we were on our way to school।
winter vacation start from 25th December. The eggs fell into the canal. They were running along the beach. Our school is near the temple. The wheel went off. Off the मतलब निकल जाना, परे चले जाना. He will have to pay through his nose. कि उसनों जो भी मर्जी है, जिस तरह मर्जी करके उसनों ये हिसाब चुकाना पवेगा. We must face the challenge with courage. ਸਾਨੂੰ ਕਿਸੇ ਵੀ ਚੁਣੌਤੀ ਦਾ ਸਾਹਮਣਾ ਹੌਸਲੇ ਨਾਲ ਕਰਨਾ ਚਾਹੀਦਾ ਹੈ. You must learn the lesson by heart. ਤੁਹਾਨੂੰ ਆਪਣੇ ਲੈਸਨਸ ਦਿਲੋਂ ਯਾਦ ਕਰਨੇ ਚਾਹੀਦੇ ਹਨ. He threw the packet against the wall. ਉਸਨੇ ਪੈਕੇਟ ਕੰਧ ਦੇ ਨਾਲ ਦੇ ਕੇ ਮਾਰਿਆ. Against the wall. About ਦਾ ਮਤਲਬ ਕਿਸ ਨਾਲ ਸੰਬੰਧਿਤ. It is about time to go. ਕਿ ਟਾਈਮ ਹੁਣ ਆ ਗਿਆ, ਨੇੜੇ ਆ ਗਿਆ ਕਿ ਅਸੀਂ ਜਾਈਏ. Nearness. The sick man is about to die. ਜਿਹੜਾ ਬਿਮਾਰ ਵਿਅਕਤੀ ਉਹ ਮਰਨ ਵਾਲਾ ਹੀ ਹੈ, ਨੇੜੇ ਹੈ, nearness ਹੈ. Their discussion was about the problem of pollution. ਕਿ ਉਹਨਾਂ ਦਾ ਜਿਹੜੀ ਵਿਚਾਰ ਚਰਚਾ ਹੋ ਰਹੀ ਹੈ ਉਹ ਕਾਹਦੇ ਬਾਰੇ ਵਿੱਚ ਹੈ? Problem of pollution. During ਦਾ ਮਤਲਬ ਪੰਜਾਬੀ ਦੇ ਵਿੱਚ ਅਸੀਂ ਦੌਰਾਨ ਕਹਿ ਦਿੰਦੇ ਹਾਂ ਕਿ ਇਹਨੇ ਇਸ ਸਮੇਂ ਦੌਰਾਨ. The skin gets dried during the winters. ਕਿ ਸਰਦੀਆਂ ਦੇ ਦੌਰਾਨ ਚਮੜੀ ਖੁਸ਼ਕ ਹੋ ਜਾਂਦੀ ਹੈ. Children enjoy playing in the train during the rainy season. ਬੱਚੇ ਬਰਸਾਤ ਦੇ ਦੌਰਾਨ ਮੀਂਹ ਦੇ ਵਿੱਚ ਖੇਲਣਾ ਪਸੰਦ ਕਰਦੇ ਹਨ. ਠੀਕ ਹੈ. During ਦਾ ਮਤਲਬ ਦੌਰਾਨ. Until ਦਾ ਮਤਲਬ ਉਦੋਂ ਤੱਕ. It is generally used to indicate a point of time or event, meaning not before. ਜਦੋਂ ਤੱਕ. We can't start the match until the umpires announce. ਕਿ ਅਸੀਂ ਮੈਚ ਉਦੋਂ ਤੱਕ ਸਟਾਰਟ ਨਹੀਂ ਕਰ ਸਕਦੇ ਜਦੋਂ ਤੱਕ ਅੰਪਾਇਰਸ ਅਨਾਉਂਸ ਨਹੀਂ ਕਰਦੇ. Until ਦਾ ਮਤਲਬ ਜਦੋਂ ਤੱਕ. There are no floods in this area until the rainy season starts. ਕਿ ਇਸ ਏਰੀਆ ਦੇ ਵਿੱਚ ਕੋਈ ਹੜ੍ਹ ਨਹੀਂ ਆਉਂਦੇ ਜਦੋਂ ਤੱਕ ਕਿ ਬਰਸਾਤ ਦਾ ਮੌਸਮ ਨਾ ਹੋਵੇ, ਸਟਾਰਟ ਨਾ ਹੋਵੇ. ਸੋ ਕਈ ਵਾਰ ਅਸੀਂ ਬੱਚਿਓ ਗੱਲ ਕਰਦੇ ਹੋਏ ਜਾਂ ਲਿਖਦੇ ਹੋਏ, ਰਾਈਟਿੰਗ ਕਰਦੇ ਹੋਏ ਕੋਈ ਵਾਰੀ ਅਸੀਂ ਰੋਂਗ ਯੂਜ਼ ਆਫ ਪ੍ਰੈਪੋਜੀਸ਼ਨਸ ਕਰ ਦਿੰਦੇ ਹਾਂ ਜਾਂ ਕਿਤੇ ਲੱਗਣੀ ਨਹੀਂ ਹੁੰਦੀ ਪ੍ਰੈਪੋਜੀਸ਼ਨ ਅਸੀਂ ਉੱਥੇ ਲਗਾ ਦਿੰਦੇ ਹਾਂ. ਤਾਂ ਉਹਦੇ ਲਈ ਸਾਨੂੰ ਥੋੜ੍ਹਾ ਜਿਹਾ ਹੋਰ ਜਿਹੜੀਆਂ 10 ਸੈਂਟੈਂਸਿਸ ਇਹਨਾਂ ਤੋਂ ਅਸੀਂ ਕਲੈਰਿਟੀ ਲਵਾਂਗੇ. She loves with him. ਅਸੀਂ ਇੱਦਾਂ ਨਹੀਂ ਕਹਾਂਗੇ. ਕੀ ਕਹਾਂਗੇ? She loves him. I told to him to write a letter. Told to ਨਹੀਂ ਆਏਗਾ. I told him to write a letter. He reached at home. No. He reached at नहीं कहांगे. He reached home. The child resembles to her mother. The child resembles to नहीं कहांगे. Resembles her mother. The manager resigned from his post. The manager resigned from नहीं कहांगे थे. The manager resigned his post. I descended down the hill. ਹੁਣ ਜਦੋਂ ਡਿਸੈਂਡਡ ਦਾ ਮਤਲਬ ਤਾਂ ਇਟਸੈਲਫ ਆਪਣੇ ਆਪ ਹੀ ਡਿਸੈਂਡਡ ਦਾ ਮਤਲਬ ਇਹ ਨਿਕਲਦਾ ਕਿ ਮੈਂ ਨੀਚੇ ਨੂੰ ਉਤਰਿਆ ਤੇ ਉਹਦੇ ਨਾਲ ਡਾਊਨ ਲਗਾਉਣ ਦੀ ਲੋੜ ਨਹੀਂ ਹੁੰਦੀ. I descended the hill. He reached at school late. He reached school late. At ਨਹੀਂ ਕਹਾਂਗੇ ਇੱਥੇ. You must obey to your elders ਲਿਖਿਆ ਇੱਥੇ to ਨਹੀਂ ਲੱਗੇਗਾ. You must obey your elders. I ordered for a new shirt. I ordered a new shirt. For नहीं आएगा. She opened out the window. Out नहीं कहांगे. Open ਦਾ मतलब ही खोलना ਹੁੰਦਾ ਤਾਂ out ਦਾ मतलब नहीं ਇੱਥੇ ਲੱਗਦਾ ਕੁਝ ਨਹੀਂ ਬਣਦਾ. ਇਸ ਕਰਕੇ she opened the window. Okay. Thank you.